ਹੈਲੋ ਪਿਆਰੇ ਬੱਚਿਓ, ਕੀ ਹਾਲ ਹੈ ਤੁਹਾਡਾ? ਬਿਲਕੁਲ ਠੀਕ ਠਾਕ ਹੋ। ਮੈਨੂੰ ਆਸ ਹੈ ਕਿ ਤੁਸੀਂ ਆਪਣੇ ਘਰਾਂ 'ਚ ਬਿਲਕੁਲ ਸੁਰੱਖਿਅਤ ਸੇਫ ਬਿਲਕੁਲ ਠੀਕ ਠਾਕ ਹੋਵੋਗੇ, ਤੰਦਰੁਸਤ ਹੋਵੋਗੇ। ਔਰ ਮੈਂ ਪਰਮਾਤਮਾ ਪਾਸੋਂ ਤੁਹਾਡੀ ਤੰਦਰੁਸਤੀ ਦੀ ਕਾਮਨਾ ਕਰਦਾ ਹਾਂ। ਜਮਾਤ ਤੀਸਰੀ ਦੇ ਸਾਰੇ ਵਿਦਿਆਰਥੀ ਚੰਗੀ ਤਰ੍ਹਾਂ ਜਾਣਦੇ ਨੇ ਕਿ ਅਸੀਂ ਪਹਿਲਾਂ ਗਣਿਤ ਦੀ ਵਰਕਸ਼ੀਟ ਨੰਬਰ 1 ਕਰ ਚੁੱਕੇ ਹਾਂ, ਉਸ ਦਾ ਭਾਗ ਨੰਬਰ 1 ਅਤੇ ਭਾਗ ਨੰਬਰ 2 ਕਰ ਚੁੱਕੇ ਹਾਂ। ਉਸ ਤੋਂ ਬਾਅਦ ਅਸੀਂ ਪੰਜਾਬੀ ਦੀ ਵਰਕਸ਼ੀਟ ਕੀਤੀ ਸੀ, ਉਸ ਤੋਂ ਬਾਅਦ ਅੰਗਰੇਜ਼ੀ ਭਾਸ਼ਾ ਦੀ ਵਰਕਸ਼ੀਟ ਵੀ ਅਸੀਂ ਕਰ ਚੁੱਕੇ ਹਾਂ। ਸੋ ਪਿਆਰੇ ਬੱਚਿਓ, ਅੱਜ ਅਸੀਂ ਜਿਹੜਾ ਹੈ ਉਹ ਵਾਤਾਵਰਨ ਸਿੱਖਿਆ ਦੀ ਵਰਕਸ਼ੀਟ ਨੰਬਰ 1 ਜਿਹੜੀ ਹੈ ਉਹ ਆਰੰਭ ਕਰਨ ਜਾ ਰਹੇ ਹਾਂ। ਸੋ ਬੜੇ ਧਿਆਨ ਦੇ ਨਾਲ ਸਾਰਿਆਂ ਨੇ ਪੈਨਸਿਲ ਕਾਪੀਆਂ ਆਪਣੀਆਂ ਸਮਾਨ ਜਿੰਨਾ ਵੀ ਅਸੀਂ ਕੰਮ ਕਰਨ ਲਈ ਲੋੜੀਂਦਾ ਹੁੰਦਾ ਹੈ ਉਹ ਸਾਰਾ ਬੱਚਿਆਂ ਨੇ ਕੱਢ ਕੇ ਰੱਖਣਾ ਹੈ ਆਪਣੇ ਸਾਹਮਣੇ। ਵਰਕ ਬੁੱਕਸ ਅਗਰ ਤੁਹਾਡੇ ਕੋਲ ਹੈਗੀਆਂ ਨੇ ਤਾਂ ਸਾਹਮਣੇ ਰੱਖੋ, ਅਗਰ ਨਹੀਂ ਹੈ ਤਾਂ ਕੋਈ ਗੱਲ ਨਹੀਂ। ਵਰਕਸ਼ੀਟ ਦੇ ਉੱਪਰ ਮੈਂ ਤੁਹਾਨੂੰ ਇੱਕ ਸਕਰੀਨਸ਼ਾਟ ਖਿੱਚਣ ਵਾਸਤੇ ਵੀਡੀਓ ਦੇ ਅਖੀਰ ਦੇ ਵਿੱਚ ਪੇਜ ਬਣਾ ਦੇਵਾਂਗਾ, ਤੁਸੀਂ ਸਕਰੀਨਸ਼ਾਟ ਖਿੱਚ ਲਿਓ। ਬਾਅਦ 'ਚ ਉਸ ਦੀ ਤੁਸੀਂ ਸਟੱਡੀ 'ਤੇ ਧਿਆਨ ਕਰ ਸਕਦੇ ਹੋ, ਦੁਹਰਾਈ ਕਰ ਸਕਦੇ ਜੇ ਉਸੇ ਸਕਰੀਨਸ਼ਾਟ ਤੋਂ, ਠੀਕ ਹੈ। ਸੋ ਤੁਹਾਡੇ ਨਾਲ ਜੁੜੇ ਤੁਹਾਡੇ ਮਾਤਾ ਪਿਤਾ, ਵੱਡੇ ਭੈਣ ਭਰਾ ਅਤੇ ਮੇਰੇ ਬਹੁਤ ਹੀ ਸਤਿਕਾਰਯੋਗ ਅਧਿਆਪਕ ਸਾਥੀਓ, ਸਾਰਿਆਂ ਨੂੰ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੋ ਚਲੋ ਜਲਦੀ ਨਾਲ ਅਸੀਂ ਵਰਕਸ਼ੀਟ ਜਿਹੜੀ ਹੈ ਵਾਤਾਵਰਨ ਸਿੱਖਿਆ ਦੀ ਉਹ ਲੈ ਕੇ ਆਏ ਹਾਂ, ਉਸ ਨੂੰ ਸ਼ੁਰੂ ਕਰਦੇ ਹਾਂ। ਜਿਵੇਂ ਤੁਸੀਂ ਜਾਣਦੇ ਹੋ ਬੇਟਾ, ਸਾਡਾ ਪਹਿਲਾ ਜਿਹੜਾ ਪਾਠ ਸੀ ਪਰਿਵਾਰ ਅਤੇ ਰਿਸ਼ਤੇ, ਅਸੀਂ ਸ਼ੁਰੂ ਦੇ ਵਿੱਚ ਜਦੋਂ ਪੜ੍ਹਿਆ ਸੀ ਤਾਂ ਪਰਿਵਾਰ ਕਿੰਨੀ ਤਰ੍ਹਾਂ ਦੇ ਹੁੰਦੇ ਨੇ, ਰਿਸ਼ਤੇ ਕਿਹੜੇ ਕਿਹੜੇ ਹੁੰਦੇ ਨੇ, ਇਕੱਠੇ ਪਰਿਵਾਰ ਕਿਵੇਂ ਰਹਿੰਦੇ ਨੇ, ਖਿੰਡੇ ਹੋਏ ਪਰਿਵਾਰ ਕਿਵੇਂ ਰਹਿੰਦੇ ਨੇ, ਪਰਿਵਾਰ ਦੇ ਰਿਸ਼ਤਿਆਂ ਦਾ ਕੀ ਮਹੱਤਵ ਹੈ, ਇਹ ਸਾਰਾ ਕੁਛ ਅਸੀਂ ਜਿਹੜਾ ਪਹਿਲੇ ਪਾਠ 'ਚ ਪੜ੍ਹਿਆ ਸੀ। ਅਗਰ ਤੁਸੀਂ ਪਾਠ ਨੂੰ ਚੰਗੀ ਤਰ੍ਹਾਂ ਪੜ੍ਹਨ ਤੋਂ ਬਾਅਦ ਇਹ ਵੀਡੀਓ ਦੇਖੋ ਤਾਂ ਹੋਰ ਵੀ ਵਧੀਆ ਹੋਏਗਾ, ਕਿਉਂਕਿ ਤੁਹਾਨੂੰ ਚੰਗੀ ਤਰ੍ਹਾਂ ਸਮਝ ਲੱਗ ਜਾਏਗੀ। ਜਦੋਂ ਤੁਸੀਂ ਦੁਹਰਾਈ ਕਰੋਗੇ ਤਾਂ ਬਿਲਕੁਲ ਆਸਾਨੀ ਨਾਲ ਤੁਸੀਂ ਇਹਨਾਂ ਦੇ ਜਵਾਬ ਜਿਹੜੇ ਉਹ ਦੇ ਸਕਦੇ ਜੇ। ਸੋ ਚਲੋ ਮੈਂ ਹੀ ਮੰਨ ਕੇ ਚੱਲਦਾ ਕਿ ਤੁਸੀਂ ਪਾਠ 1 ਦੀ ਪਹਿਲਾਂ ਇੱਕ ਵਾਰੀ ਪੜ੍ਹਨ ਅਭਿਆਸ ਕਰ ਲਈ ਹੈ, ਪ੍ਰਸ਼ਨ ਉੱਤਰ ਚੰਗੀ ਤਰ੍ਹਾਂ ਦੇਖ ਲਏ ਨੇ, ਸਾਰੀ ਅਭਿਆਸ ਪਿਛਲੀ ਜਿਹੜੀ ਉਹ ਕਰ ਲਈ ਹੈ, ਇਸ ਤੋਂ ਬਾਅਦ ਹੀ ਤੁਸੀਂ ਵੀਡੀਓ ਦੇਖ ਰਹੇ ਹੋ। ਸੋ ਚਲੋ ਬੱਚਿਓ, ਪ੍ਰਸ਼ਨ ਨੰਬਰ 1 ਤੋਂ ਸ਼ੁਰੂ ਕਰਦੇ ਹਾਂ। ਪ੍ਰਸ਼ਨ ਨੰਬਰ 1 ਹੈ ਸਾਡੇ ਕੋਲ ਬੱਚਿਓ, ਪਰਿਵਾਰ ਕਿੰਨੀ ਤਰ੍ਹਾਂ ਦੇ ਹੁੰਦੇ ਹਨ? ਪਰਿਵਾਰ ਕਿੰਨੀ ਤਰ੍ਹਾਂ ਦੇ ਹੁੰਦੇ ਹਨ? ਸਾਨੂੰ ਸਾਰੇ ਬੱਚਿਆਂ ਨੂੰ ਪਤਾ ਹੈ, ਪਾਠ ਪੜ੍ਹਿਆ ਤੁਸੀਂ ਕਿ ਸਾਡੇ ਆਲੇ ਦੁਆਲੇ ਤੁਸੀਂ ਘਰਾਂ 'ਚ ਦੇਖਦੇ ਹੋ, ਆਪਣੇ ਰਿਸ਼ਤੇਦਾਰੀਆਂ ਵਿੱਚ ਵੀ ਦੇਖਦੇ ਹੋ, ਆਪਣੇ ਪਰਿਵਾਰਾਂ ਨੂੰ ਵੀ ਦੇਖਦੇ ਹੋ। ਉਹਨਾਂ ਵਿੱਚ ਤੁਹਾਨੂੰ ਜਿਹੜੀ ਚੀਜ਼ ਦੇਖਣ ਨੂੰ ਮਿਲਦੀ ਹੈ, 2 ਤਰ੍ਹਾਂ ਦੇ ਪਰਿਵਾਰ ਦੇਖਣ ਨੂੰ ਮਿਲਦੇ ਆ ਬੇਟਾ। ਇੱਕ ਪਰਿਵਾਰ ਹੁੰਦੇ ਨੇ ਸੰਗਠਿਤ ਪਰਿਵਾਰ, ਜਿਹੜੇ ਇਕੱਠੇ ਰਹਿੰਦੇ ਨੇ, ਅਤੇ ਦੂਸਰੇ ਪਰਿਵਾਰ ਹੁੰਦੇ ਨੇ ਨਿਊਕਲੀਅਰ, ਜਿਹਨੂੰ ਖਿੰਡੇ ਹੋਏ ਪਰਿਵਾਰ ਆਪਾਂ ਕਹਿ ਦਿੰਦੇ ਹਾਂ। ਅਲੱਗ ਅਲੱਗ ਜਿਹੜੇ ਪਰਿਵਾਰ ਆਪਣੇ ਆਪਣੇ ਘਰ ਬਣਾ ਕੇ ਰਹਿੰਦੇ ਨੇ। ਜਿਸ ਤਰ੍ਹਾਂ ਕਿ ਉਦਾਹਰਨ ਦੇ ਤੌਰ 'ਤੇ ਚਾਚਾ ਚਾਚੀ ਜੀ ਦਾ ਘਰ ਵੱਖਰਾ ਹੈ, ਤਾਇਆ ਤਾਇਆ ਜੀ ਦਾ ਘਰ ਵੱਖਰਾ ਹੈ, ਤਾਂ ਉਹ ਵੱਖਰੇ ਵੱਖਰੇ ਪਰਿਵਾਰ ਨੇ। ਅਗਰ ਇਹ ਸਾਰੇ ਮਿਲ ਕੇ ਰਹਿ ਰਹੇ ਨੇ, ਇੱਕ ਜਗ੍ਹਾ 'ਤੇ ਇਕੱਠੇ ਰਹਿ ਰਹੇ ਨੇ, ਖਾਣਾ ਇੱਕ ਜਗ੍ਹਾ 'ਤੇ ਬਣਾ ਰਹੇ ਨੇ, ਇੱਕੋ ਘਰ ਦੇ ਵਿੱਚ ਸਾਰੇ ਸੌਂ ਰਹੇ ਨੇ, ਕੰਮ ਕਰ ਰਹੇ ਨੇ, ਖੇਡ ਰਹੇ ਨੇ, ਹੱਸ ਰਹੇ ਨੇ, ਗਾ ਰਹੇ ਨੇ, ਤਾਂ ਸਮਝੋ ਕਿ ਪਰਿਵਾਰ ਜਿਹੜਾ ਸੰਗਠਿਤ ਹੈ, ਇਕੱਠਾ ਹੈ। ਸੋ 2 ਤਰ੍ਹਾਂ ਦੇ ਬੇਟਾ ਪਰਿਵਾਰ ਹੁੰਦੇ ਨੇ, ਯਾਦ ਰੱਖਣਾ, ਤੁਸੀਂ ਪਾਠ ਵਿੱਚ ਵੀ ਪੜ੍ਹਿਆ ਹੈ। ਸੰਗਠਿਤ ਪਰਿਵਾਰ ਅਤੇ ਖਿੰਡਿਆ ਹੋਇਆ ਪਰਿਵਾਰ ਜਿਹਨੂੰ ਕਹਿ ਦਿੰਦੇ ਆਪਾਂ, ਠੀਕ ਹੈ। ਸੋ 2 ਤਰ੍ਹਾਂ ਦੇ ਪਰਿਵਾਰ ਜਿਹੜੇ ਹੁੰਦੇ ਨੇ, ਆਪਾਂ ਨਿਸ਼ਾਨੀ ਲਾਵਾਂਗੇ 2 ਊੜੇ 'ਤੇ। ਸੋ ਇਹ ਹੈ ਸਾਡਾ ਪਹਿਲਾ ਕੁਐਸਚਨ, ਠੀਕ ਹੈ ਬੇਟਾ। ਇਸ ਤੋਂ ਅੱਗੇ ਹੈ ਬੇਟਾ ਦੂਸਰਾ ਪ੍ਰਸ਼ਨ, ਉਸ ਨੂੰ ਵੇਖ ਲੈਂਦੇ ਹਾਂ। ਤੁਹਾਡਾ ਚਿਹਰਾ ਪਰਿਵਾਰ ਵਿੱਚ ਕਿਸ ਨਾਲ ਮਿਲਦਾ ਹੈ? ਹੁਣ ਤੁਸੀਂ ਦੱਸੋ ਬੇਟਾ, ਤੁਹਾਡਾ ਚਿਹਰਾ ਸ਼ੀਸ਼ੇ ਸ਼ਕਲ ਦੇਖੋ ਆਪਣੀ, ਸਾਰਿਆਂ ਨੂੰ ਪਤਾ ਹੋਏਗਾ। ਤੁਸੀਂ ਆਪਣੀ ਮੰਮਾ ਨੂੰ ਪੁੱਛ ਸਕਦੇ ਹੋ, ਪਾਪਾ ਨੂੰ ਪੁੱਛ ਸਕਦੇ ਹੋ ਕਿ ਤੁਹਾਡੀ ਸ਼ਕਲ ਕਿਸ ਨਾਲ ਮਿਲਦੀ ਹੈ, ਕਿਉਂਕਿ ਬਹੁਤੇ ਬੱਚਿਆਂ ਦੀ ਸ਼ਕਲ ਆਪਣੇ ਪਾਪਾ ਨਾਲ ਮਿਲਦੀ ਹੈ। ਬਹੁਤੀਆਂ ਲੜਕੀਆਂ ਦੀ ਸ਼ਕਲ ਜਿਹੜੀ ਹੁੰਦੀ ਹੈ, ਤੁਹਾਡੀਆਂ ਭੈਣਾਂ ਦੀ, ਜਿਹੜੀਆਂ ਬੱਚੀਆਂ ਵੀਡੀਓ ਦੇਖ ਰਹੀਆਂ ਨੇ ਤੀਸਰੀ ਕਲਾਸ ਦੀਆਂ, ਉਹਨਾਂ ਨੂੰ ਪਤਾ ਹੈ ਉਹਨਾਂ ਦੀ ਸ਼ਕਲ ਆਪਣੇ ਮਾਤਾ ਜੀ ਨਾਲ ਮਿਲਦੀ ਹੁੰਦੀ ਹੈ ਕਰੀਬ ਕਰੀਬ, ਜਾਂ ਭੂਆ ਜੀ ਨਾਲ ਮਿਲਦੀ ਹੁੰਦੀ ਹੈ। ਇਸ ਤੋਂ ਅੱਗੇ ਬਹੁਤ ਘੱਟ ਸੰਭਾਵਨਾ ਹੁੰਦੀ ਹੈ ਕਿ ਕਿਸੇ ਨਾਲ ਸ਼ਕਲ ਮਿਲੇ। ਸੋ ਤੁਸੀਂ ਖੁਦ ਦੇਖੋ ਕਿ ਤੁਹਾਡੀ ਸ਼ਕਲ ਜਿਹੜੀ ਹੈ ਕਿਸ ਨਾਲ ਮਿਲਦੀ ਹੈ, ਜਾਂ ਆਪਣੇ ਮਾਤਾ ਜੀ ਨੂੰ, ਪਿਤਾ ਜੀ ਨੂੰ ਪੁੱਛੋ ਕਿਹਦੇ ਨਾਲ ਮਿਲਦੀ ਹੈ। ਜੇ ਮੈਂ ਆਪਣੀ ਗੱਲ ਕਰਾਂ ਤਾਂ ਮੇਰੀ ਸ਼ਕਲ ਜਿਹੜੀ ਹੈ, ਮੈਨੂੰ ਪਤਾ ਹੈ ਕਿਉਂਕਿ ਮੈਂ ਵੱਡਾ ਹੈ, ਮੈਨੂੰ ਪਤਾ ਹੈ ਮੇਰੀ ਸ਼ਕਲ ਜਿਹੜੀ ਹੈ ਮੇਰੇ ਪਿਤਾ ਜੀ ਨਾਲ ਕਾਫੀ ਹੂਬਹੂ ਮਿਲਦੀ ਹੈ। ਸੋ ਮੈਂ ਆਪਣੇ ਵਾਸਤੇ ਨਿਸ਼ਾਨੀ ਲਗਾ ਰਿਹਾ ਹਾਂ, ਤੁਸੀਂ ਆਪਣੀ ਸੋਚ ਕੇ ਲਗਾਉਣੀ ਹੈ। ਪਿਤਾ ਜੀ ਊੜਾ, ਕਿਉਂਕਿ ਮੇਰੀ ਸ਼ਕਲ ਮੇਰੇ ਪਿਤਾ ਜੀ ਨਾਲ ਮਿਲਦੀ ਹੈ, ਇਸ ਕਰਕੇ ਮੈਂ ਊੜੇ ਦੀ ਨਿਸ਼ਾਨੀ ਜਿਹੜੀ ਹੈ ਉਹ ਲਗਾ ਲਈ ਹੈ। ਤੁਸੀਂ
ਆਪਣੀ ਸ਼ਕਲ ਦੇਖਣੀ ਹੈ ਕਿਸ ਨਾਲ ਮਿਲਦੀ ਹੈ, ਫਿਰ ਹੀ ਨਿਸ਼ਾਨੀ ਲਗਾਇਓ। ਜੇ ਪਿਤਾ ਜੀ ਨਾਲ ਮਿਲਦੀ ਹੈ ਤਾਂ ਪਿਤਾ ਜੀ 'ਤੇ ਲਗਾਓ, ਮਾਤਾ ਜੀ ਨਾਲ ਮਿਲਦੀ ਹੈ ਤਾਂ ਮਾਤਾ ਜੀ ਨਾਲ ਲਗਾਓ, ਭੂਆ ਜੀ ਨਾਲ ਮਿਲਦੀ ਹੈ ਤਾਂ ਭੂਆ ਜੀ ਨਾਲ ਲਗਾਓ। ਜਿਸ ਨਾਲ ਵੀ ਸ਼ਕਲ ਤੁਹਾਡੀ ਮਿਲਦੀ ਹੈ ਤੁਸੀਂ ਉਸ ਖਾਨੇ 'ਤੇ ਹੀ ਟਿਕ ਕਰਨਾ ਹੈ। ਠੀਕ ਹੈ। ਅੱਗੇ ਪ੍ਰਸ਼ਨ ਨੰਬਰ 3 ਹੈ ਬੇਟਾ, ਪਰਿਵਾਰ ਕਿੱਥੇ ਰਹਿੰਦਾ ਹੈ? ਬੇਟਾ ਦੱਸੋ, ਪਰਿਵਾਰ ਕਿੱਥੇ ਰਹਿੰਦਾ ਹੈ? ਸਾਰਿਆਂ ਨੂੰ ਪਤਾ ਹੈ ਕਿ ਪਰਿਵਾਰ ਕਿੱਥੇ ਰਹਿੰਦਾ ਹੈ? ਹੋਟਲ ਵਿੱਚ, ਸਰਾਂ ਵਿੱਚ, ਘਰ ਵਿੱਚ, ਕਿ ਕਿਤੇ ਵੀ ਨਹੀਂ? ਕਿਤੇ ਵੀ ਨਹੀਂ ਤਾਂ ਹੋ ਹੀ ਨਹੀਂ ਸਕਦਾ, ਕਿਉਂਕਿ ਪਰਿਵਾਰ ਕਿਤੇ ਨਾ ਕਿਤੇ ਤਾਂ ਬੇਟਾ ਰਹਿੰਦਾ ਹੈ। ਸੋ ਸਰਾਂ ਵਿੱਚ ਨਹੀਂ ਰਹਿ ਸਕਦਾ, ਕਿਉਂਕਿ ਪਰਿਵਾਰ ਹਮੇਸ਼ਾ ਘਰਾਂ 'ਚ ਰਹਿੰਦੇ ਨੇ। ਸੋ ਈ ਇਜ਼ ਰਾਈਟ ਆਨਸਰ। ਸੋ ਇਹਦਾ ਉੱਤਰ ਕੀ ਆਏਗਾ? ਈ। ਪਰਿਵਾਰ ਜਿਹੜੇ ਨੇ ਉਹ ਘਰਾਂ 'ਚ ਰਹਿੰਦੇ ਨੇ। ਅੱਗੇ ਹੈ ਬੇਟਾ ਪ੍ਰਸ਼ਨ ਨੰਬਰ 4, ਅਸੀਂ ਮੱਝ ਕਿਉਂ ਪਾਲਦੇ ਹਾਂ? ਅਸੀਂ ਮੱਝ ਕਿਉਂ ਪਾਲਦੇ ਹਾਂ? ਪਾਥੀਆਂ ਲਈ, ਪਾਥੀਆਂ ਮਤਲਬ ਬਾਲਣ, ਅੱਗ ਬਾਲਣ ਵਾਸਤੇ, ਮਾਸ ਲਈ, ਉਹਨਾਂ ਦਾ ਮੀਟ ਖਾਣ ਵਾਸਤੇ, ਦੁੱਧ ਲਈ, ਦੁੱਧ ਪੀਣ ਵਾਸਤੇ, ਜਾਂ ਦੁੱਧ ਤੋਂ ਬਣੀਆਂ ਵਸਤੂਆਂ ਜਿਹੜੀਆਂ ਨੇ ਘਿਓ, ਪਨੀਰ, ਮੱਖਣ, ਉਸ ਨੂੰ ਲੈਣ ਵਾਸਤੇ, ਕਿ ਜਾਂ ਝੂਟੇ ਲੈਣ ਵਾਸਤੇ? ਬੜੀ ਥੋੜ੍ਹੀ ਜਿਹੀ ਹਾਸੋ ਵਾਲੀ ਗੱਲ ਹੈ ਬੇਟਾ, ਥੋੜ੍ਹਾ ਜਿਹਾ ਹਾਸਾ ਆਏਗਾ ਤੁਹਾਨੂੰ, ਮਜ਼ਾਕ ਹੈ, ਕਿਉਂਕਿ ਬਹੁਤੇ ਬੱਚੇ ਮੈਂ ਵੇਖਿਆ ਪਿੰਡਾਂ 'ਚ ਕਈ ਵਾਰ ਮੱਝਾਂ ਦੇ ਉੱਪਰ ਬੈਠ ਕੇ ਝੂਟੇ ਲੈ ਰਹੇ ਹੁੰਦੇ ਨੇ। ਤੁਸੀਂ ਇਹ ਨਾ ਨਿਸ਼ਾਨੀ ਲਗਾ ਦਿਓ ਕਿ ਮੱਝ ਅਸੀਂ ਪਾਲੀ ਹੈ ਅਤੇ ਝੂਟੇ ਲੈਣ ਵਾਸਤੇ ਪਾਲੀ ਹੈ। ਨਹੀਂ ਬੇਟਾ, ਇਸ ਤਰ੍ਹਾਂ ਨਹੀਂ ਹੈ। ਮੱਝ ਨੂੰ ਜਦੋਂ ਅਸੀਂ ਪਾਲਦੇ ਹਾਂ ਤਾਂ ਦੁੱਧ ਵਾਸਤੇ ਪਾਲਦੇ ਹਾਂ, ਹਮੇਸ਼ਾ ਯਾਦ ਰੱਖਣਾ, ਕਿਉਂਕਿ ਮਾਸ ਵਾਸਤੇ ਮੱਝ ਨਹੀਂ ਪਾਲੀ ਜਾਂਦੀ। ਠੀਕ ਹੈ। ਔਰ ਨਾ ਹੀ ਜਿਹੜਾ ਹੈ ਉਹ ਪਾਥੀਆਂ ਵਾਸਤੇ ਪਾਲੀ ਜਾਂਦੀ ਹੈ, ਕਿਉਂਕਿ ਹਾਂ ਹੋ ਸਕਦਾ ਹੈ ਕਿ ਹੁਣ ਪਾਥੀਆਂ ਦਾ ਚੱਲਣ ਘੱਟ ਗਿਆ, ਲੋਕ ਘਰਾਂ ਘਰਾਂ ਵਿੱਚ ਗੈਸ ਸਿਲੰਡਰ ਹੋ ਗਏ ਨੇ LPG। ਸੋ LPG ਗੈਸ ਜਿਹੜੀ ਹੈ, ਲਿਕੁਇਡ ਪੈਟਰੋਲੀਅਮ ਗੈਸ, ਉਸ ਦੀ ਵਰਤੋਂ ਹੁੰਦੀ ਹੈ। ਸਿਲੰਡਰ ਸਾਡੇ ਘਰਾਂ 'ਚ ਆਉਂਦੇ ਨੇ ਵੱਖ-ਵੱਖ ਕੰਪਨੀਆਂ ਦੇ, ਕਈਆਂ ਦੇ ਇੰਡੇਨ ਦੇ ਆਉਂਦੇ ਨੇ, ਕਈਆਂ ਦੇ HP ਦੇ ਆਉਂਦੇ ਨੇ, ਭਾਰਤੀ ਦੇ ਆਉਂਦੇ ਨੇ, ਬਹੁਤ ਸਾਰੀਆਂ ਕੰਪਨੀਆਂ ਨੇ। ਲੇਕਿਨ ਯਾਦ ਰੱਖਣਾ ਬੇਟਾ, ਜਿਹੜਾ ਪਸ਼ੂ ਅਸੀਂ ਪਾਲਦੇ ਹਾਂ, ਖਾਸ ਕਰਕੇ ਮੱਝ ਦੀ ਜਦੋਂ ਗੱਲ ਕਰਦੇ ਹਾਂ ਤਾਂ ਉਹ ਦੁੱਧ ਵਾਸਤੇ ਪਾਲੀ ਜਾਂਦੀ ਹੈ। ਸੋ ਅਸੀਂ ਟਿਕ ਲਗਾਵਾਂਗੇ ਦੁੱਧ ਲਈ। ਠੀਕ ਹੈ ਬੇਟਾ, ਇਹ ਸਾਡਾ ਰਾਈਟ ਆਨਸਰ ਹੋਏਗਾ, ਸਹੀ ਆਨਸਰ ਹੋਏਗਾ। ਅੱਗੇ ਹੈ ਬੇਟਾ ਪ੍ਰਸ਼ਨ ਨੰਬਰ 5, ਇਸ ਨੂੰ ਨੋਟ ਕਰ ਲਓ ਕਿਉਂਕਿ ਮੈਂ ਉੱਪਰ ਕਰਾਂਗਾ ਤਾਂ ਮਿਟ ਜਾਏਗਾ। ਪ੍ਰਸ਼ਨ ਨੰਬਰ 5 ਹੈ ਬੇਟਾ, ਖੇਤੀ ਦਾ ਕੰਮ ਕਰਨ ਵਾਲੇ, ਖੇਤੀ ਦਾ ਕੰਮ ਕਰਨ ਵਾਲੇ ਜ਼ਿਆਦਾਤਰ ਲੋਕ ਕਿੱਥੇ ਰਹਿੰਦੇ ਹਨ? ਸੋ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਜ਼ਿਆਦਾਤਰ ਜਿਹੜੀ ਸਾਡੀ ਖੇਤੀ ਹੁੰਦੀ ਹੈ ਬੱਚੇ, ਉਹ ਖੇਤੀ ਜਿਹੜੀ ਹੁੰਦੀ ਹੈ ਸਾਡੀ ਪਿੰਡਾਂ ਵਿੱਚ ਹੁੰਦੀ ਹੈ। ਔਰ ਪਿੰਡਾਂ ਵਿੱਚ ਜਦੋਂ ਖੇਤੀ ਹੁੰਦੀ ਹੈ ਤਾਂ ਪਿੰਡਾਂ ਦੇ ਵਿੱਚੋਂ ਹੀ ਜ਼ਿਆਦਾਤਰ ਖੇਤ ਮਜ਼ਦੂਰ ਅਤੇ ਖੇਤ ਵਿੱਚ ਕੰਮ ਕਰਨ ਵਾਲੇ, ਅਨਾਜ ਉਗਾਉਣ ਵਾਲੇ, ਵਹਾਈ ਕਰਨ ਵਾਲੇ ਪਿੰਡ ਵਿੱਚ ਹੀ ਹੁੰਦੇ ਨੇ। ਸੋ ਉਹ ਕਿੱਥੇ ਰਹਿੰਦੇ ਨੇ, ਉਹਨਾਂ ਦਾ ਉੱਤਰ ਦਈਏ। ਪਹਿਲਾ ਉੱਤਰ ਹੈ ਸ਼ਹਿਰ ਵਿੱਚ, ਸਕੂਲ ਵਿੱਚ, ਪਿੰਡ ਵਿੱਚ, ਕਿ ਜੰਗਲ ਵਿੱਚ? ਬੇਟਾ ਜੰਗਲ ਵਿੱਚ ਤਾਂ ਰਹਿ ਨਹੀਂ ਸਕਦੇ, ਸ਼ਹਿਰ ਵਿੱਚ ਨਹੀਂ ਰਹਿ ਸਕਦੇ, ਕਿਉਂਕਿ ਸ਼ਹਿਰੋਂ ਆਉਣਾ ਉਹਨਾਂ ਵਾਸਤੇ, ਸ਼ਹਿਰ ਵਾਲੇ ਖੇਤੀ ਬਿਲਕੁਲ ਆ ਕੇ ਪਿੰਡ 'ਚ ਨਹੀਂ ਕਰ ਸਕਦੇ। ਸਕੂਲ ਵਿੱਚ, ਸਕੂਲ ਬੇਟਾ ਪੜ੍ਹਨ ਵਾਸਤੇ ਹੁੰਦਾ ਹੈ। ਸੋ ਰਾਈਟ ਆਨਸਰ ਇਜ਼ ਪਿੰਡ ਵਿੱਚ। ਠੀਕ ਹੈ। ਸੋ ਪਿੰਡ ਵਿੱਚ ਆਪਾਂ ਨਿਸ਼ਾਨੀ ਲਗਾਵਾਂਗੇ ਕਿ ਖੇਤੀ ਦਾ ਕੰਮ ਕਰਨ ਵਾਲੇ ਜਿਹੜੇ ਨੇ ਉਹ ਕਿੱਥੇ ਰਹਿੰਦੇ ਨੇ? ਪਿੰਡਾਂ ਵਿੱਚ ਰਹਿੰਦੇ ਨੇ, ਪਿੰਡ ਵਿੱਚ ਰਹਿੰਦੇ ਨੇ। ਪ੍ਰਸ਼ਨ ਨੰਬਰ 6 ਹੈ ਬੇਟਾ, ਅੱਗੇ ਉਸ ਨੂੰ ਲੈ ਲੈਂਦੇ ਹਾਂ, ਧਿਆਨ ਨਾਲ ਪੜ੍ਹਿਓ ਇਸ ਕੁਐਸਚਨ ਨੂੰ। ਰਸੋਈ ਵਿੱਚ ਕੀ ਕੰਮ ਕੀਤਾ ਜਾਂਦਾ ਹੈ? ਸਾਰੇ ਬੱਚਿਆਂ ਨੂੰ ਪਤਾ ਹੈ ਕਿ ਰਸੋਈ ਕਿਸ ਕੰਮ ਵਾਸਤੇ ਬਣਾਈ ਜਾਂਦੀ ਹੈ। ਥੱਲੇ ਉੱਤਰ ਦੇਖ ਲੈਂਦੇ ਹਾਂ। ਖਾਣਾ ਬਣਾਉਣਾ, ਊੜਾ ਨੰਬਰ ਹੈ ਖਾਣਾ ਬਣਾਉਣਾ, ਫਿਰ ਹੈ ਕੱਪੜੇ ਧੋਣਾ, ਸੈਰ ਕਰਨਾ ਜਾਂ ਪਾਠ ਕਰਨਾ। ਦੱਸੋ ਬੇਟਾ ਰਸੋਈ ਕਿਸ ਕੰਮ ਵਾਸਤੇ ਬਣਾਈ ਜਾਂਦੀ ਹੈ? ਬੇਟਾ ਹਰ ਕੰਮ ਵਾਸਤੇ ਅਲੱਗ-ਅਲੱਗ ਅਸੀਂ ਘਰ ਦੇ ਵਿੱਚ ਜਗ੍ਹਾ ਬਣਾਉਂਦੇ ਹਾਂ, ਪੋਰਸ਼ਨ ਬਣਾਉਂਦੇ ਹਾਂ। ਜਿਸ ਤਰ੍ਹਾਂ ਨਹਾਉਣ ਵਾਸਤੇ ਬਾਥਰੂਮ ਬਣਾਉਂਦੇ ਹਾਂ, ਸੌਣ ਵਾਸਤੇ ਬੈਡਰੂਮ ਬਣਾਉਂਦੇ ਹਾਂ। ਠੀਕ ਹੈ ਨਾ। ਸੋ ਸ਼ੌਚਾਲਿਆ ਜਾਣ ਵਾਸਤੇ ਲੈਟਰਨ ਬਾਥਰੂਮ ਦੀ ਵਰਤੋਂ ਆਪਾਂ ਕਰਦੇ ਹਾਂ। ਠੀਕ ਹੈ। ਸੋ ਇਸੇ ਤਰ੍ਹਾਂ ਹੀ ਜਿਹੜਾ ਖਾਣਾ ਬਣਾਉਣ ਦਾ ਕੰਮ ਹੈ ਉਹ ਕਿੱਥੇ ਹੁੰਦਾ ਹੈ? ਰਸੋਈ ਵਿੱਚ। ਠੀਕ ਹੈ। ਸੋ ਆਪਾਂ ਇਹਦਾ ਉੱਤਰ ਲਾਵਾਂਗੇ ਰਸੋਈ ਵਿੱਚ। ਠੀਕ ਹੈ। ਰਸੋਈ ਵਿੱਚ ਉੱਤਰ ਲਾਵਾਂਗੇ ਖਾਣਾ ਬਣਾਉਣ ਦਾ। ਠੀਕ ਹੈ। ਸੋ ਰਸੋਈ ਦਾ ਕੰਮ ਜਿਹੜਾ ਵਾ ਉਹ ਕੀ ਹੁੰਦਾ? ਖਾਣਾ ਬਣਾਉਣਾ ਹੁੰਦਾ। ਸੋ ਅਸੀਂ ਕੀ ਕਹੇ ਆਪਣਾ ਆਨਸਰ ਲਾਉਣਾ ਇਹਦਾ ਕਿ ਰਸੋਈ 'ਚ ਖਾਣਾ ਬਣਾਉਣ ਦਾ ਕੰਮ ਕੀਤਾ ਜਾਂਦਾ ਹੈ। ਠੀਕ ਹੈ। ਇਸ ਤੋਂ ਅੱਗੇ ਬੇਟਾ ਕੁਐਸਚਨ ਨੰਬਰ ਸਾਡੇ ਕੋਲ 7ਵਾਂ, ਉਸ ਨੂੰ ਪੜ੍ਹ ਲੈਂਦੇ ਹਾਂ। ਜਦੋਂ ਭੁੱਖ ਲੱਗਦੀ ਹੈ ਤਾਂ ਤੁਸੀਂ
ਕੀ ਕਰਦੇ ਹੋ? ਦੱਸੋ ਪਿਆਰੇ ਬੱਚਿਓ। ਜਦੋਂ ਤੁਹਾਨੂੰ ਭੁੱਖ ਲੱਗਦੀ ਹੈ, ਬੜੀ ਭੁੱਖ ਲੱਗੀ ਹੁੰਦੀ ਹੈ, ਤਾਂ ਤੁਸੀਂ ਕੀ ਕਰਦੇ ਹੋ? ਉੱਤਰ ਹੈ ਪਹਿਲਾ, ਦੌੜ ਲਾਉਂਦੇ ਹੋ, ਟੀਵੀ ਦੇਖਦੇ ਹੋ, ਪਾਣੀ ਪੀਂਦੇ ਹੋ ਕਿ ਖਾਣਾ ਖਾਂਦੇ ਹੋ? ਦੱਸੋ ਬੇਟਾ, ਸੋਚੋ। ਕਿਸੇ ਨੂੰ ਭੁੱਖ ਲੱਗੀ ਹੋਏ ਤਾਂ ਕੀ ਕਰੇਗਾ ਉਹ? ਸਿੰਪਲ ਗੱਲ ਹੈ, ਬਹੁਤ ਸਾਦੀ ਅਤੇ ਸਿੱਧੀ ਜਿਹੀ ਗੱਲ ਹੈ ਕਿ ਜਦੋਂ ਭੁੱਖ ਲੱਗੀ ਹੋਵੇ ਤਾਂ ਅਸੀਂ ਕੀ ਕਰਦੇ ਹਾਂ? ਖਾਣਾ ਖਾਂਦੇ ਹਾਂ। ਨਾ ਤਾਂ ਸੈਰ ਕਰਦੇ ਹਾਂ, ਨਾ ਟੀਵੀ ਦੇਖਦੇ ਹਾਂ, ਨਾ ਪਾਣੀ ਪੀਂਦੇ ਹਾਂ। ਠੀਕ ਹੈ, ਸੋ ਇਹਦਾ ਉੱਤਰ ਹੋਏਗਾ ਸਾਡੇ ਕੋਲ ਖਾਣਾ ਖਾਂਦੇ ਹਾਂ। ਸੋ ਇਹਦਾ ਸੱਚਾ ਆਨਸਰ ਹੈ, ਉੱਤੇ ਟਿਕ ਲਗਾਵਾਂਗੇ। ਪ੍ਰਸ਼ਨ ਨੰਬਰ 8 ਹੈ ਬੇਟਾ, ਇਸ ਨੂੰ ਪੜ੍ਹੀਏ। ਹੇਠ ਲਿਖਿਆਂ ਵਿੱਚੋਂ ਕਿਹੜਾ ਨਾਨਕੇ ਪਰਿਵਾਰ ਨਾਲ ਸੰਬੰਧਿਤ ਨਹੀਂ ਹੈ? ਫਿਰ ਪੜ੍ਹੀਏ ਇੱਕ ਵਾਰੀ। ਹੇਠ ਲਿਖਿਆਂ ਵਿੱਚੋਂ ਕਿਹੜਾ ਨਾਨਕੇ ਪਰਿਵਾਰ ਨਾਲ ਸੰਬੰਧਿਤ ਨਹੀਂ ਹੈ? ਮਤਲਬ ਕਹਿਣ ਦਾ ਇਹ ਬੇਟਾ ਕਿ ਥੱਲੇ ਕੁਛ ਰਿਸ਼ਤੇ ਦੱਸੇ ਗਏ ਨੇ, ਤੁਸੀਂ ਦੱਸਣਾ ਹੈ ਕਿ ਨਾਨਕੇ ਪਿੰਡ ਇਹ ਰਿਸ਼ਤੇ ਰਹਿੰਦੇ ਨੇ ਕਿ ਨਹੀਂ ਰਹਿੰਦੇ। ਚਲੋ ਦੇਖ ਲੈਂਦੇ ਹਾਂ ਉੱਤਰ। ਪਹਿਲਾ ਹੈ ਸਾਡੇ ਕੋਲ ਮਾਮਾ ਮਾਮੀ। ਸਾਨੂੰ ਪਤਾ ਹੈ ਕਿ ਮਾਮਾ ਮਾਮੀ ਸਾਡੇ ਕਿੱਥੇ ਰਹਿੰਦੇ ਨੇ? ਨਾਨਕੇ ਰਹਿੰਦੇ ਨੇ। ਉਹਨਾਂ ਪੁੱਛਿਆ ਕਿ ਸੰਬੰਧਿਤ ਨਹੀਂ ਹੈ, ਕਿਹੜੇ ਨਾਨਕੇ ਨਹੀਂ ਰਹਿੰਦੇ। ਠੀਕ ਹੈ, ਉਹ ਲੱਭਣੇ ਆਪਾਂ। ਨਾਨਾ ਨਾਨੀ, ਇਹ ਵੀ ਨਾਨਕੇ ਰਹਿੰਦੇ ਨੇ ਬੇਟਾ, ਕਿਉਂਕਿ ਨਾਨਾ ਨਾਨੀ ਦੇ ਨਾਲ ਹੀ ਨਾਨਕੇ ਹੁੰਦੇ ਨੇ। ਠੀਕ ਹੈ, ਇਸ ਤੋਂ ਅੱਗੇ ਚਾਚਾ ਚਾਚੀ। ਹੁਣ ਦੱਸੋ ਤੁਸੀਂ, ਚਾਚਾ ਚਾਚੀ ਨਾਨਕੇ ਰਹਿੰਦੇ ਨੇ? ਨਹੀਂ ਰਹਿੰਦੇ। ਠੀਕ ਹੈ, ਸੋ ਅੱਗੇ ਹੈ ਉਪਰੋਕਤ ਸਾਰੇ। ਉਪਰੋਕਤ ਸਾਰੇ ਨਹੀਂ ਹੋ ਸਕਦੇ ਕਿਉਂਕਿ ਇੱਕੋ ਹੀ ਗਲਤ ਹੈ, ਚਾਚਾ ਚਾਚੀ। ਸੋ ਇਹਦਾ ਉੱਤਰ ਆਪਾਂ ਦੇਵਾਂਗੇ ਚਾਚਾ ਚਾਚੀ, ਉੱਤਰ ਨੰਬਰ ਈਡੀ। ਕਿਉਂਕਿ ਚਾਚਾ ਚਾਚੀ ਕਿੱਥੇ ਰਹਿੰਦੇ ਨੇ? ਤੁਹਾਡੇ ਆਪਣੇ ਪਿੰਡ, ਤੁਹਾਡੇ ਕੋਲ ਰਹਿੰਦੇ ਨੇ। ਜੇ ਵੱਖ ਰਹਿੰਦੇ ਨੇ ਤਾਂ ਤੁਹਾਡੇ ਘਰਾਂ ਦੇ ਨਾਲ ਘਰ ਹੋਏਗਾ ਉਹਨਾਂ ਦਾ, ਜਾਂ ਆਸੇ ਪਾਸੇ ਹੋ ਸਕਦਾ, ਲੇਕਿਨ ਨਾਨਕੇ ਪਿੰਡ ਨਹੀਂ ਹੋ ਸਕਦਾ। ਠੀਕ ਹੈ, ਸੋ ਚਾਚਾ ਚਾਚੀ ਜਿਹੜੇ ਨੇ ਉਹ ਸੰਬੰਧਿਤ ਨਹੀਂ ਨੇ ਕਿਹਦੇ ਨਾਲ? ਨਾਨਕਿਆਂ ਦੇ ਨਾਲ। ਠੀਕ ਹੈ, ਤੁਹਾਡੇ ਨਾਨਕੇ ਕੌਣ ਕੌਣ ਹੁੰਦੇ ਨੇ? ਨਾਨਾ ਨਾਨੀ, ਮਾਮਾ ਮਾਮੀ, ਜਾਂ ਤੁਹਾਡੇ ਮਾਮਾ ਮਾਮੀ ਜੀ ਦੇ ਅੱਗੇ ਬੱਚੇ। ਠੀਕ ਹੈ, ਉਹ ਰਹਿੰਦੇ ਨੇ। ਚਾਚਾ ਚਾਚੀ ਜਿਹੜੇ ਨੇ ਉਹ ਤੁਹਾਡੇ ਆਪਣੇ ਪਿੰਡ, ਤੁਹਾਡੇ ਸਕੇ ਨੇ, ਤੁਹਾਡੇ ਪਿਤਾ ਜੀ ਦੇ ਭਰਾ ਨੇ ਚਾਚਾ, ਅਤੇ ਚਾਚੀ ਤੁਹਾਡੇ ਚਾਚੀ ਜੀ ਨੇ। ਸੋ ਤੁਹਾਡੇ ਪਿਤਾ ਜੀ ਦੇ ਭਰਜਾਈ ਨੇ, ਸੋ ਤੁਹਾਡੇ ਕੋਲ ਰਹਿੰਦੇ ਨੇ। ਇਸ ਕਰਕੇ ਨਾਨਕੇ ਨਾਲ ਸੰਬੰਧਿਤ ਇਹ ਨਹੀਂ ਨੇ। ਠੀਕ ਹੈ, ਅੱਗੇ ਹੈ ਬੇਟਾ ਕੁਐਸਚਨ ਨੰਬਰ 9। 9ਵਾਂ ਕੁਐਸਚਨ ਹੈ, ਵਰਤਣ ਤੋਂ ਬਾਅਦ ਚੀਜ਼ਾਂ ਨੂੰ ਕਿੱਥੇ ਰੱਖਣਾ ਚਾਹੀਦਾ ਹੈ? ਕੋਈ ਵੀ ਬੇਟਾ ਅਸੀਂ ਕੰਮ ਕਰਦੇ ਹਾਂ ਘਰ ਦੇ ਵਿੱਚ, ਉਹਦੇ ਵਾਸਤੇ ਕੋਈ ਨਾ ਕੋਈ ਚੀਜ਼ ਦੀ ਲੋੜ ਪੈਂਦੀ ਹੈ। ਖਾਣਾ ਖਾਣ ਵਾਸਤੇ ਬਰਤਨਾਂ ਦੀ ਲੋੜ ਪੈਂਦੀ ਹੈ, ਨਹਾਉਣ ਵਾਸਤੇ ਸਾਬਣ, ਬਰੱਸ਼, ਟਾਵਲ ਦੀ ਲੋੜ ਪੈਂਦੀ ਹੈ। ਠੀਕ ਹੈ, ਸੌਣ ਵਾਸਤੇ ਬੈੱਡ ਦੀ ਚਾਦਰ ਦੀ ਵਿਛਾਉਣੇ ਦੀ ਲੋੜ ਪੈਂਦੀ ਹੈ, ਸਿਰਹਾਣੇ ਦੀ ਲੋੜ ਪੈਂਦੀ ਹੈ। ਇਸ ਤਰ੍ਹਾਂ ਅਸੀਂ ਕੰਮ ਕਰਦੇ ਹਾਂ, ਪੜ੍ਹਦੇ ਹਾਂ ਤਾਂ ਕਿਤਾਬਾਂ ਦੀ ਲੋੜ ਪੈਂਦੀ ਹੈ, ਬੈਗ ਦੀ ਲੋੜ ਪੈਂਦੀ ਹੈ, ਪੈਨਸਲ ਕਾਪੀਆਂ ਪੈਨਾਂ ਦੀ ਲੋੜ ਪੈਂਦੀ ਹੈ। ਸੋ ਬੇਟਾ ਪੁੱਛਿਆ ਇਹ ਗਿਆ ਹੁਣ ਕਿ ਚੀਜ਼ਾਂ ਨੂੰ ਵਰਤਣ ਤੋਂ ਬਾਅਦ ਸਾਨੂੰ ਚੀਜ਼ਾਂ ਜਿਹੜੀਆਂ ਨੇ ਕਿੱਥੇ ਰੱਖਣੀਆਂ ਚਾਹੀਦੀਆਂ ਨੇ। ਪਹਿਲਾ ਉੱਤਰ ਉਹਨਾਂ ਨੇ ਦਿੱਤਾ ਹੈ ਕਿ ਸਾਨੂੰ ਇੱਧਰ ਉੱਧਰ ਰੱਖਣੀਆਂ ਚਾਹੀਦੀਆਂ ਨੇ, ਠੀਕ ਟਿਕਾਣੇ 'ਤੇ ਰੱਖਣੀਆਂ ਚਾਹੀਦੀਆਂ ਨੇ, ਮੰਜੇ 'ਤੇ ਰੱਖਣੀਆਂ ਚਾਹੀਦੀਆਂ ਨੇ, ਕਿ ਵਿਹੜੇ ਵਿੱਚ ਰੱਖਣੀਆਂ ਚਾਹੀਦੀਆਂ ਨੇ। ਸੋ ਉੱਤਰ ਤੁਸੀਂ ਦਿਓਗੇ ਕਿ ਵਰਤਣ ਤੋਂ ਬਾਅਦ ਜਿਹੜੀਆਂ ਸਾਡੀਆਂ ਚੀਜ਼ਾਂ ਨੇ ਉਹ ਅਸੀਂ ਕਿੱਥੇ ਰੱਖਦੇ ਹਾਂ ਬੇਟਾ? ਸਾਨੂੰ ਕਿੱਥੇ ਰੱਖਣੀਆਂ ਚਾਹੀਦੀਆਂ ਨੇ? ਕਿਉਂਕਿ ਬਹੁਤੀ ਵਾਰ ਦੇਖਿਆ ਗਿਆ ਕਿ ਬੱਚੇ ਅਣਗਹਿਲੀ ਕਰਦੇ ਨੇ, ਵੱਡੇ ਵੀ ਅਣਗਹਿਲੀ ਕਰਦੇ ਨੇ। ਚੀਜ਼ਾਂ ਇੱਧਰ ਉੱਧਰ ਪਈਆਂ ਹੁੰਦੀਆਂ ਨੇ, ਟਾਵਲ ਕਿਤੇ ਪਿਆ ਹੁੰਦਾ, ਠੀਕ ਹੈ ਨਾ, ਸਾਬਣ ਕਿਤੇ ਪਿਆ ਹੁੰਦਾ, ਔਰ ਖਾਣੇ ਵਾਲੇ ਟੇਬਲ ਦੇ ਉੱਤੇ ਚਮਚੇ ਨਹੀਂ ਲੱਭਦੇ। ਠੀਕ ਹੈ, ਅਸੀਂ ਖਾਣਾ ਇੱਧਰ ਉੱਧਰ ਸੁੱਟ ਦਿੰਦੇ ਹਾਂ। ਫਿਰ ਖਾਣਾ ਖਾਣ ਤੋਂ ਬਾਅਦ ਅਸੀਂ ਜਿਹੜੇ ਬਰਤਨ ਹੈ ਉਹ ਵੀ ਸਾਡੇ ਕਈ ਵਾਰ ਟੇਬਲ 'ਤੇ ਪਏ ਹੁੰਦੇ ਆ, ਅਸੀਂ ਚੁੱਕਦੇ ਨਹੀਂ। ਸੋ ਪ੍ਰੋਪਰ ਜਗ੍ਹਾ 'ਤੇ ਜਿੱਥੇ ਦੀ ਜਗ੍ਹਾ ਬਣੀ ਹੈ, ਭਾਂਡਿਆਂ ਦੀ ਰਸੋਈ 'ਚ ਬਣੀ ਹੈ, ਟਾਵਲ ਦੀ ਜਿਹੜੀ ਹੈ ਵਾਸ਼ਰੂਮ 'ਚ ਬਣੀ ਹੈ, ਜਿੱਥੇ ਦੀ ਜਿਹੜੀ ਚੀਜ਼ ਹੈ ਉੱਥੇ ਹੀ ਟਿਕਾਣੇ 'ਤੇ ਰੱਖਣੀ ਚਾਹੀਦੀ ਹੈ। ਸੋ ਇਹਦਾ ਉੱਤਰ ਕੀ ਹੈ? ਠੀਕ ਟਿਕਾਣੇ 'ਤੇ। ਠੀਕ ਹੈ, ਐਡਾ ਦਾ ਉੱਤਰ ਆਏਗਾ ਕਿ ਸਾਨੂੰ ਕੋਈ ਵੀ ਚੀਜ਼ ਵਰਤਣ ਤੋਂ ਬਾਅਦ ਠੀਕ ਟਿਕਾਣੇ 'ਤੇ ਰੱਖਣੀ ਚਾਹੀਦੀ ਹੈ। ਅੱਗੇ ਹੈ ਬੇਟਾ ਕੁਐਸਚਨ ਨੰਬਰ 10। ਇਹ ਸਾਰੀ ਨੋਟ ਕਰ ਲਓ ਕਿਉਂਕਿ ਮੈਂ ਉੱਪਰ ਕਰਾਂਗਾ ਤਾਂ ਮਿਟ ਜਾਏਗਾ। ਅੱਗੇ ਬੇਟਾ ਕੁਐਸਚਨ ਨੰਬਰ 10 ਕਿ ਕੀਟਾਣੂਆਂ ਵਾਲੇ ਹੱਥਾਂ ਨਾਲ ਖਾਣਾ ਖਾਣ ਨਾਲ ਤੁਸੀਂ ਡੈਸ਼ ਹੋ ਸਕਦੇ ਹੋ। ਅੱਛਾ, ਜਦੋਂ ਬੇਟਾ ਆਪਾਂ ਗੰਦੇ ਹੱਥਾਂ ਨਾਲ ਖਾਣਾ ਖਾਵਾਂਗੇ ਤਾਂ ਅਸੀਂ ਕੀ ਹੋ ਜਾਵਾਂਗੇ? ਸਿਹਤਮੰਦ ਹੋ ਜਾਵਾਂਗੇ, ਲੰਬੇ ਹੋ ਜਾਵਾਂਗੇ, ਮੋਟੇ ਹੋ ਜਾਵਾਂਗੇ ਕਿ ਬਿਮਾਰ ਹੋ ਜਾਵਾਂਗੇ? ਬੇਟਾ
ਪਹਿਲੇ ਪਾਠ ਦੇ ਵਿੱਚ ਆਪਾਂ ਬੜੇ ਹੀ ਧਿਆਨ ਨਾਲ ਇਸ ਨੂੰ ਪੜ੍ਹਿਆ ਸੀ ਕਿ ਸਾਨੂੰ ਖਾਣਾ ਖਾਣ ਵੇਲੇ ਤੋਂ ਪਹਿਲਾਂ ਹੱਥਾਂ ਨੂੰ ਧੋਣਾ ਚਾਹੀਦਾ ਹੈ, ਬਾਅਦ 'ਚ ਵੀ ਧੋਣਾ ਚਾਹੀਦਾ ਹੈ। ਅਤੇ ਜਿਸ ਤਰ੍ਹਾਂ ਦੀ ਹੁਣ ਬੇਟਾ ਕਰੋਨਾ ਵਾਇਰਸ ਨਾਂ ਦੀ ਬਿਮਾਰੀ ਜਿਹੜੀ ਹੈ ਘਰ ਘਰ ਪਹੁੰਚ ਚੁੱਕੀ ਹੈ, ਬੜੀ ਦੂਰ ਤੱਕ ਪੈਰ ਪਸਾਰ ਲੈਣੇ ਨੇ, ਵੱਧ ਰਹੀ ਹੈ, ਫੁੱਲ ਰਹੀ ਹੈ। ਸੋ ਉਹਦੇ ਵਿੱਚ ਆਪਾਂ ਲਗਾਤਾਰ ਹੱਥਾਂ ਨੂੰ ਧੋਣਾ ਹੁੰਦਾ ਹੈ। ਅਸੀਂ ਬਾਰ-ਬਾਰ ਕਹਿੰਦੇ ਵੀ ਹਾਂ, ਹਰ ਵੀਡੀਓ 'ਚ ਮੈਂ ਕਹਿੰਦਾ ਕਿ ਹੱਥਾਂ ਨੂੰ ਬਾਰ-ਬਾਰ ਧੋਵੋ ਸਾਬਣ ਨਾਲ। ਬਾਹਰੋਂ ਆਉਂਦੇ ਹੋ, ਅੰਦਰ ਆਉਂਦੇ ਹੋ, ਖਾਣਾ ਖਾਣ ਤੋਂ ਪਹਿਲਾਂ, ਬਾਅਦ ਵਿੱਚ ਸ਼ੌਚਾਲਿਆ ਜਾਣ ਤੋਂ ਬਾਅਦ, ਹਰ ਵਾਰੀ ਸਾਨੂੰ ਸਾਬਣ ਨਾਲ ਘੱਟੋ ਘੱਟ 20 ਸੈਕਿੰਡ ਹੱਥ ਧੋਣੇ ਚਾਹੀਦੇ ਹੈ। ਠੀਕ ਹੈ। ਸੋ ਇੱਥੇ ਵੀ ਇਹ ਗੱਲ ਲਾਗੂ ਹੈ ਕਿ ਕੀਟਾਣੂਆਂ ਵਾਲੇ ਹੱਥਾਂ ਨਾਲ ਖਾਣਾ ਖਾਣ ਨਾਲ ਕੀ ਹੋ ਸਕਦੇ ਹਾਂ, ਆਪਾਂ ਬਿਮਾਰ ਹੋ ਸਕਦੇ ਹਾਂ। ਠੀਕ ਹੈ। ਸੋ ਇਹਦਾ ਉੱਤਰ ਆਏਗਾ ਬਿਮਾਰ ਤਰਸੱਸਾ। ਠੀਕ ਹੈ। ਨਾ ਤਾਂ ਮੋਟੇ ਹੋਵੋਗੇ, ਠੀਕ ਹੈ, ਅਤੇ ਨਾ ਹੀ ਤੁਸੀਂ ਜਿਹੜਾ ਹੈ ਲੰਬੇ ਹੋਵੋਗੇ, ਨਾ ਸਿਹਤਮੰਦ ਰਹੋਗੇ। ਸਿਹਤਮੰਦ ਤਾਂ ਰਹਿ ਨਹੀਂ ਸਕਦੇ ਜਦੋਂ ਗੰਦੇ ਹੱਥਾਂ ਨਾਲ ਖਾਣਾ ਖਾਓਗੇ, ਬਿਮਾਰ ਅਵੱਸ਼ ਹੋਵੋਗੇ। ਇਸ ਕਰਕੇ ਬਚਣ ਵਾਸਤੇ ਸਾਨੂੰ ਜਿਹੜਾ ਹੈ ਕੀਟਾਣੂਆਂ ਤੋਂ ਬਚਣ ਵਾਸਤੇ ਹਮੇਸ਼ਾ ਹੱਥਾਂ ਨੂੰ ਸਾਬਣ ਨਾਲ ਧੋ ਕੇ ਹੀ ਖਾਣਾ ਖਾਣਾ ਚਾਹੀਦਾ ਹੈ। ਠੀਕ ਹੈ। ਔਰ ਖਾਣਾ ਖਾਣ ਤੋਂ ਬਾਅਦ ਹਮੇਸ਼ਾ ਹੱਥਾਂ ਨੂੰ ਫਿਰ ਦੁਬਾਰਾ ਸਾਬਣ ਨਾਲ ਧੋਣਾ ਚਾਹੀਦਾ ਹੈ। ਅਗਲਾ ਪ੍ਰਸ਼ਨ ਹੈ ਬੇਟਾ ਸਾਡੇ ਕੋਲ 11ਵਾਂ ਪ੍ਰਸ਼ਨ। ਉਹ ਹੈ ਬਿਮਾਰੀਆਂ ਤੋਂ ਬਚਣ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ। ਠੀਕ ਹੈ। ਉੱਤਰ ਦੇਖ ਲੈਂਦੇ ਹਾਂ। ਬਿਮਾਰੀ ਤੋਂ ਬਚਣ ਲਈ ਸਾਨੂੰ ਕੀ ਕਰਨਾ ਪਏਗਾ। ਗੰਦਗੀ ਫੈਲਾਉਣੀ ਚਾਹੀਦੀ ਹੈ, ਘਰ ਤੋਂ ਬਾਹਰ ਨਹੀਂ ਨਿਕਲਣਾ ਚਾਹੀਦਾ, ਸਫਾਈ ਰੱਖਣੀ ਚਾਹੀਦੀ ਹੈ ਕਿ ਨਹਾਉਣਾ ਨਹੀਂ ਚਾਹੀਦਾ। ਹੁਣ ਦੱਸੋ ਬੇਟਾ ਕੀ ਕਿਹੜਾ ਕੰਮ ਵਿੱਚੋਂ ਕਰਨਾ ਚਾਹੀਦਾ ਹੈ, ਕਿਹੜਾ ਨਹੀਂ ਕਰਨਾ ਚਾਹੀਦਾ। ਪਹਿਲੀ ਗੱਲ ਹੈ ਗੰਦਗੀ ਫੈਲਾਉਣੀ ਚਾਹੀਦੀ ਹੈ। ਬੇਟਾ ਗੰਦਗੀ ਫੈਲਾਵਾਂਗੇ ਤਾਂ ਬਿਮਾਰੀਆਂ ਆਉਣਗੀਆਂ, ਜਾਣਗੀਆਂ ਨਹੀਂ। ਠੀਕ ਹੈ। ਸੋ ਬਿਮਾਰੀਆਂ ਤੋਂ ਬਚਣ ਲਈ ਸਾਨੂੰ ਗੰਦਗੀ ਜਿਹੜੀ ਹੈ ਨਹੀਂ ਫੈਲਾਉਣੀ ਚਾਹੀਦੀ। ਇਹ ਤਾਂ ਗਲਤ ਹੈ, ਉੱਤਰ ਨਹੀਂ ਹੋ ਸਕਦਾ। ਉਸ ਤੋਂ ਬਾਅਦ ਹੈ ਘਰ ਤੋਂ ਬਾਹਰ ਨਹੀਂ ਨਿਕਲਣਾ ਚਾਹੀਦਾ। ਜਿਹੜੀ ਕਰੋਨਾ ਵਾਇਰਸ ਨਾਂ ਦੀ ਬਿਮਾਰੀ ਹੈ, ਇਹਨੂੰ ਛੱਡ ਕੇ ਬਿਮਾਰੀਆਂ ਤੋਂ ਬਚਣ ਲਈ ਜਿਹੜਾ ਸਾਨੂੰ ਘਰਾਂ ਤੋਂ ਬਾਹਰ ਨਹੀਂ ਨਿਕਲਣਾ ਚਾਹੀਦਾ। ਜਦੋਂ ਵੀ ਸਾਨੂੰ ਕੋਈ ਪ੍ਰੋਬਲਮ ਹੈ, ਸਾਨੂੰ ਇਲਾਜ ਪ੍ਰੋਪਰ ਘਰ ਬੈਠ ਕੇ ਹੀ ਕਰਾਉਣਾ ਚਾਹੀਦਾ ਹੈ। ਦਵਾਈ ਲੈਣੀ ਚਾਹੀਦੀ ਹੈ, ਚੰਗੀ ਤਰ੍ਹਾਂ ਚੈੱਕਅਪ ਕਰਾਉਣਾ ਚਾਹੀਦਾ ਹੈ। ਉਸ ਤੋਂ ਬਾਅਦ ਮੈਡੀਸਨ ਲੈ ਕੇ ਠੀਕ ਹੋਣਾ ਚਾਹੀਦਾ ਹੈ, ਫਿਰ ਹੀ ਬਾਹਰ ਨਿਕਲਣਾ ਚਾਹੀਦਾ ਹੈ। ਸੋ ਇਹ ਵੀ ਨਹੀਂ ਹੋ ਸਕਦਾ ਕਿ ਘਰ ਤੋਂ ਬਾਹਰ ਜਿਹੜਾ ਹੈ ਨਹੀਂ ਨਿਕਲਣਾ। ਘਰ ਤੋਂ ਬਾਹਰ ਤੁਸੀਂ ਨਿਕਲਾਂਗੇ ਹੀ, ਮੈਡੀਸਨ ਕਿੱਦਾਂ ਲਿਆਵਾਂਗੇ। ਉਸ ਤੋਂ ਬਾਅਦ ਹੈ ਸਫਾਈ ਰੱਖਣੀ ਚਾਹੀਦੀ ਹੈ, ਬਿਲਕੁਲ ਦਰੁਸਤ, ਕਿਉਂਕਿ ਸਫਾਈ ਰੱਖਣ ਨਾਲ ਹੀ ਬਿਮਾਰੀ ਦੂਰ ਹੋ ਸਕਦੀ ਹੈ। ਬਾਰ-ਬਾਰ ਸਿਹਤ ਵਿਭਾਗ ਅਤੇ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਲਗਾਤਾਰ ਤੁਹਾਨੂੰ ਬੱਚਿਆਂ ਨੂੰ ਮਿਲ ਰਹੀਆਂ ਨੇ, ਮਾਤਾ ਪਿਤਾਵਾਂ ਨੂੰ ਮਿਲ ਰਹੀਆਂ ਨੇ, ਅਧਿਆਪਕ ਸਾਹਿਬਾਨ ਵੀ ਜਾਣਦੇ ਨੇ। ਇਸ ਕਰਕੇ ਜੇਕਰ ਅਸੀਂ ਸਿਹਤਮੰਦ ਰਹਿਣਾ ਹੈ ਤਾਂ ਸਫਾਈ ਰੱਖਣੀ ਬਹੁਤ ਜ਼ਰੂਰੀ ਹੈ, ਅਤੇ ਨਹਾਉਣਾ ਵੀ ਚਾਹੀਦਾ ਹੈ। ਇਹ ਵੀ ਗਲਤ ਹੈ, ਨਹਾਉਣਾ ਨਹੀਂ ਚਾਹੀਦਾ, ਕਿਉਂਕਿ ਨਹਾਉਣ ਨਾਲ ਹੀ ਕੀਟਾਣੂ ਮੁਕਤ ਹੋਇਆ ਜਾ ਸਕਦਾ ਹੈ। ਠੀਕ ਬੱਚੇ। ਲਾਸਟ ਕੁਐਸਚਨ ਹੈ ਸਾਡੇ ਕੋਲ ਇਸ ਪਾਠ ਦਾ, ਪ੍ਰਸ਼ਨ ਨੰਬਰ 12। ਮੂੰਹ ਵਿੱਚ ਕੀਟਾਣੂ ਨਾ ਪੈਦਾ ਹੋਣ, ਮੂੰਹ ਵਿੱਚ ਕੀਟਾਣੂ ਨਾ ਪੈਦਾ ਹੋਣ ਇਸ ਲਈ ਭੋਜਨ ਖਾਣ ਤੋਂ ਬਾਅਦ ਕੀ ਕਰਨਾ ਚਾਹੀਦਾ ਹੈ, ਦੱਸੋ। ਕਸਰਤ ਕਰੋ, ਦੰਦ ਸਾਫ਼ ਕਰੋ, ਟੀਵੀ ਦੇਖੋ ਕਿ ਗਰਮ ਪਾਣੀ ਨਾਲ ਨਹਾਓ। ਬੇਟਾ ਗੱਲ ਮੂੰਹ ਦੀ ਹੋ ਰਹੀ ਹੈ, ਦੰਦਾਂ ਦੀ ਹੋ ਰਹੀ ਹੈ। ਖਾਣਾ ਦੰਦਾਂ ਨਾਲ ਖਾ ਰਹੇ ਹਾਂ, ਨਹਾਉਣ ਦਾ ਕੋਈ ਸੰਬੰਧ ਨਹੀਂ ਹੈ। ਠੀਕ ਹੈ। ਇਸ ਕਰਕੇ ਅਖੀਰਲਾ ਗਲਤ ਹੋ ਗਿਆ। ਟੀਵੀ ਦੇਖੋ ਬੇਟਾ, ਖਾਣਾ ਖਾਣ ਤੋਂ ਬਾਅਦ ਟੀਵੀ ਦੇਖਣ ਨਾਲ ਦੰਦ ਥੋੜ੍ਹੀ ਸਾਫ਼ ਹੋ ਜਾਣਗੇ, ਇਹ ਵੀ ਗਲਤ ਹੈ। ਠੀਕ ਹੈ। ਔਰ ਪਹਿਲਾ ਹੈ ਕਸਰਤ ਕਰੋ। ਕਸਰਤ ਬੜਾ ਬਾਕੀ ਸਰੀਰ ਵਾਸਤੇ ਕੀਤੀ ਜਾਂਦੀ ਹੈ, ਦੰਦਾਂ ਵਾਸਤੇ ਨਹੀਂ। ਸੋ ਇੱਕੋ ਹੀ ਸਾਡੇ ਕੋਲ ਉੱਤਰ ਬਚਿਆ, ਉਹ ਹੈ ਸਾਡੇ ਕੋਲ ਦੰਦ ਸਾਫ਼ ਕਰੋ। ਸੋ ਸਾਨੂੰ ਹਮੇਸ਼ਾ ਖਾਣਾ ਖਾਣ ਤੋਂ ਬਾਅਦ ਦੰਦ ਪਹਿਲਾਂ ਕਰੋੜੀ ਕਰਨੀ ਚਾਹੀਦੀ ਹੈ ਉਂਗਲ ਦੇ ਨਾਲ, ਔਰ ਸੰਭਵ ਹੋਵੇ ਤਾਂ ਬਰੱਸ਼ ਜ਼ਰੂਰ ਕਰਨਾ ਚਾਹੀਦਾ ਹੈ ਸੌਣ ਤੋਂ ਪਹਿਲਾਂ। ਠੀਕ ਹੈ ਬੇਟਾ। ਸੋ ਪਿਆਰੇ ਬੱਚਿਓ, ਇਹ ਸੀ ਤੁਹਾਡਾ ਪਾਠ ਨੰਬਰ 1 ਪਰਿਵਾਰ ਅਤੇ ਰਿਸ਼ਤੇ, ਜਿਹੜਾ ਅਸੀਂ ਕਾਫੀ ਵਿਸਥਾਰ ਵਿੱਚ ਜਾ ਕੇ ਕੀਤਾ। ਔਰ ਪਾਠ ਨੂੰ ਕਰਨ ਤੋਂ ਬਾਅਦ ਜਿਹੜਾ ਹੈ ਚੰਗੀ ਤਰ੍ਹਾਂ ਅਸੀਂ ਇਹ ਪ੍ਰਸ਼ਨ ਉੱਤਰ ਵਰਕਸ਼ੀਟ ਜਿਹੜੀ ਅੱਜ ਕੀਤੀ ਹੈ। ਆਈ ਹੋਪ, ਮੈਨੂੰ ਆਸ ਹੈ ਕਿ ਸਾਰੇ ਬੱਚਿਆਂ ਨੂੰ ਚੰਗਾ ਲੱਗਾ ਹੋਵੇਗਾ, ਸਾਰੇ ਬੱਚਿਆਂ ਨੇ ਮੇਰੇ ਨਾਲ ਅਭਿਆਸ ਕੀਤਾ ਹੋਵੇਗਾ। ਹੁਣ ਮੈਂ ਤੁਹਾਨੂੰ ਸਕਰੀਨਸ਼ਾਟ ਜਿਸ ਤਰ੍ਹਾਂ ਵਾਅਦਾ ਕੀਤਾ ਸੀ, ਉਹਦੇ ਵਾਸਤੇ ਤੁਹਾਨੂੰ ਮੈਂ ਇਹ ਪੇਜ ਨੂੰ ਛੋਟਾ ਕਰ ਰਿਹਾ ਹਾਂ। ਤੁਸੀਂ ਸਕਰੀਨਸ਼ਾਟ ਲੈ ਕੇ ਇਸ ਦਾ ਅਭਿਆਸ ਜਿਹੜਾ ਉਹ ਕਰ ਸਕਦੇ ਹੋ। ਸੋ ਇਸ ਦਾ ਬੇਟਾ ਤੁਸੀਂ ਸਕਰੀਨਸ਼ਾਟ ਲੈ ਸਕਦੇ ਜੀ। ਇਹ ਪਾਠ ਨੰਬਰ 1 ਹੈ ਤੁਹਾਡਾ। ਹੁਣੇ ਆਪਾਂ ਸਾਰੇ ਪ੍ਰਸ਼ਨ 12 ਦੇ 12 ਕੀਤੇ ਹੈ ਵਰਕਸ਼ੀਟ ਨੰਬਰ 1 ਦੇ। ਸੋ ਤੀਸਰੀ ਜਮਾਤ ਦੇ ਬੱਚੇ ਤਾਂ ਸਕਰੀਨਸ਼ਾਟ ਲੈ ਲਓ ਅਤੇ ਬਾਅਦ 'ਚ ਅਭਿਆਸ ਕਰ ਸਕਦੇ ਜੇ। ਇਸ ਤੋਂ ਇਲਾਵਾ ਬੇਟਾ ਇਸ ਪਾਠ ਤੋਂ ਬਾਅਦ ਜਦੋਂ ਆਪਾਂ ਨੈਕਸਟ ਵੀਡੀਓ ਕਰਾਂਗੇ, ਫਿਰ ਵਾਤਾਵਰਨ ਸਿੱਖਿਆ ਦੀ ਵਰਕਸ਼ੀਟ ਨੰਬਰ 2 ਕਰਾਂਗੇ। ਸੋ ਪਿਛਲੇ ਵਰਕਸ਼ੀਟਾਂ ਜ਼ਰੂਰ ਦੇਖੋ, ਗਣਿਤ, ਇੰਗਲਿਸ਼, ਪੰਜਾਬੀ ਜਿੰਨੀਆਂ ਵੀ ਮੈਂ ਕਰਾਈਆਂ ਨੇ ਉਹਨਾਂ ਨੂੰ ਬਿਲਕੁਲ ਵੇਖੋ, ਨਾਲ ਨਾਲ ਅਭਿਆਸ ਕਰੋ। ਅਧਿਆਪਕ ਸਾਥੀਆਂ ਨੂੰ ਬੇਨਤੀ ਹੈ
ਕਿ ਬੱਚਿਆਂ ਤੱਕ ਨਾਲ ਜਿਹੜਾ ਉਹਨਾਂ ਨੂੰ ਭੇਜੀ ਜਾਵੋ, ਤਾਂ ਕਿ ਬੱਚੇ ਜਿਹੜੇ ਨੇ ਉਹ ਲਗਾਤਾਰ ਵਰਕਸ਼ੀਟਾਂ ਕਰ ਸਕਣ, ਅਭਿਆਸ ਕਰ ਸਕਣ, ਇਸ ਯੋਗ ਹੋ ਸਕਣ ਕਿ ਉਹ PS ਪੋਸਟ ਦੀ ਤਿਆਰੀ ਕਰ ਸਕਣ, ਪੋਸਟ ਦਾ ਟੈਸਟ ਦੇ ਸਕਣ, ਆਪਣੇ ਸਿਲੇਬਸ ਨਾਲ ਜੁੜ ਸਕਣ ਅਤੇ ਅੱਗੇ ਵੱਧ ਸਕਣ। ਔਰ ਸਮੇਂ ਦੀ ਮੰਗ ਵੀ ਹੈ, ਕਿਉਂਕਿ ਬੱਚੇ ਜਿਹੜੇ ਹੈ ਉਹ ਪਿਛਾਂਹ ਖਿੱਚੂ ਨਾ ਬਣ ਜਾਣ, ਸਿਲੇਬਸ ਕਵਰ ਹੁੰਦੇ ਰਹਿਣ। ਸੋ ਅਗਲੀ ਵੀਡੀਓ 'ਚ ਫਿਰ ਮਿਲਾਂਗੇ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।